ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਗਲੋਬ ਧਰਤੀ ਦਾ ਮਾਡਲ ਨਾਮ ਦਾ ਚੈਪਟਰ ਡਿਸਕਸ ਕਰਨ ਜਾ ਰਹੇ ਹਾਂ। ਮੇਰੀ ਕੋਸ਼ਿਸ਼ ਰਹੂਗੀ ਕਲਾਸ ਨੂੰ ਮੈਂ ਛੋਟੀ ਰੱਖਾਂ ਐਂਡ ਜਾਣਕਾਰੀ ਤੁਹਾਨੂੰ ਜ਼ਿਆਦਾ ਪ੍ਰੋਵਾਈਡ ਕਰਾਂ, ਕਿਉਂਕਿ ਪੀਐਸਟੈਟ ਪ੍ਰੀਖਿਆ ਦੇ ਵਿੱਚ ਬਹੁਤਾ ਸਮਾਂ ਤਾਂ ਰਹਿ ਨਹੀਂ ਗਿਆ। ਸੋ ਜੇਕਰ ਤੁਸੀਂ ਇਹਨਾਂ ਵੀਡੀਓਜ਼ ਨੂੰ ਵੀ ਦੇਖ ਲੈਂਦੇ ਹੋ ਤਾਂ ਤੁਹਾਡੇ ਪੇਪਰ ਦੀ ਵਧੀਆ ਤਿਆਰੀ ਹੋ ਜਾਣੀ ਆ। ਐਂਡ ਇਹ ਵੀਡੀਓ ਪੇਪਰ 1 ਦੀ ਤਿਆਰੀ ਕਰ ਰਹੇ ਸਟੂਡੈਂਟਸ ਵੀ ਦੇਖ ਸਕਦੇ ਨੇ, ਕਿਉਂਕਿ ਇਹ ਸੈਕਸ਼ਨ ਉਹਨਾਂ ਦੇ EVS ਸਬਜੈਕਟ ਨਾਲ ਵੀ ਸੰਬੰਧਿਤ ਹੈ। ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਸਮਝ ਲੈਣੇ ਆ ਗਲੋਬ ਕੀ ਹੈ ਜੀ। ਗਲੋਬ ਐਗਜ਼ੈਕਟਲੀ ਧਰਤੀ ਦਾ ਮਾਡਲ ਹੈਗਾ ਆ। ਗਲੋਬ ਛੋਟਾ ਹੁੰਦਾ ਆ, ਪਰ ਜੋ ਕੁਝ ਧਰਤੀ ਤੇ ਹੈ ਜਿਵੇਂ ਕਿ ਮਹਾਸਾਗਰ, ਧਰਤੀ ਵਾਲਾ ਹਿੱਸਾ, ਸਾਰੀਆਂ ਚੀਜ਼ਾਂ ਦੀ ਜਿਹੜੀ ਰੇਸ਼ੋ ਹੈਗੀ ਆ ਉਹ ਆਪਾਂ ਗਲੋਬ ਤੇ ਦੇਖ ਸਕਦੇ ਆ। ਸੋ ਗਲੋਬ ਕੀ ਹੈ ਜੀ? ਗਲੋਬ ਇੱਕ 3 ਡਾਇਮੈਂਸ਼ਨਲ ਜਾਂ ਫਿਰ ਤ੍ਰੈਪਾਸੀ ਮਾਡਲ ਹੈ, ਜਿਹਦੀ ਫੋਟੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਇਹਦੇ ਉੱਤੇ ਤੁਸੀਂ ਮਹਾਸਾਗਰ, ਮਹਾਦੀਪ ਦਾ ਜਿਹੜਾ ਆਕਾਰ ਹੈਗਾ ਆ, ਦੂਰੀਆਂ ਅਤੇ ਇਹਨਾਂ ਦੀਆਂ ਜਿਹੜੀਆਂ ਦਿਸ਼ਾਵਾਂ ਹੁੰਦੀਆਂ ਨੇ ਜੀ ਬਿਲਕੁਲ ਠੀਕ ਦਿਖਾਈਆਂ ਗਈਆਂ ਹੁੰਦੀਆਂ ਨੇ, ਜਿਵੇਂ ਕਿ ਤੁਸੀਂ ਇਸ ਗਲੋਬ ਦੇ ਉੱਤੇ ਦੇਖ ਸਕਦੇ ਹੋ। ਐਂਡ ਤੁਸੀਂ 2 ਪੁਆਇੰਟ ਵੀ ਦੇਖ ਪਾ ਰਹੇ ਹੋ, ਜਿਵੇਂ ਕਿ ਤੁਸੀਂ ਇੱਥੇ ਜਿਹੜਾ ਪੁਆਇੰਟ ਦੇਖ ਪਾ ਰਹੇ ਹੋ, ਇਸ ਪੁਆਇੰਟ ਨੂੰ ਤੁਸੀਂ ਉੱਤਰੀ ਧਰੁਵ ਦਾ ਨਾਮ ਦਿੰਦੇ ਹੋ, ਆਹ ਵਾਲੇ ਪੁਆਇੰਟ ਨੂੰ ਤੁਸੀਂ ਦੱਖਣੀ ਧਰੁਵ ਦਾ ਨਾਮ ਦਿੰਦੇ ਹੋ। ਐਂਡ ਵਿਚਾਲੋਂ ਦੀ ਇੱਕ ਲਾਈਨ ਜਾਂਦੀ ਹੈ ਜੀ। ਇਹ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਤਾਂ ਦੱਸ ਰਿਹਾ ਕਿਉਂਕਿ ਸਾਰੇ ਚੈਪਟਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਘੁੰਮਦੀਆਂ ਰਹਿਣਗੀਆਂ। ਸੋ ਆਹ ਜਿਹੜੀ ਵਿਚਾਲੋਂ ਦੀ ਇੱਕ ਲਾਈਨ ਗੁਜ਼ਰਦੀ ਹੈਗੀ ਹੈ, ਵੈਸੇ ਤਾਂ ਇਹ ਜਿਹੜੀ ਲਾਈਨ ਹੈਗੀ ਤੁਹਾਨੂੰ ਵਿਖਣੀ ਨਹੀਂ, ਪਰ ਫਿਰ ਵੀ ਆਪਾਂ ਇੱਕ ਇਮੈਜਿਨਰੀ ਲਾਈਨ, ਕਲਪਿਤ ਰੇਖਾ ਖਿੱਚੀ ਹੋਈ ਹੈ, ਜਿਹਦਾ ਨਾਮ ਹੈਗਾ ਜੀ ਭੂਮੱਧ ਰੇਖਾ। ਕੀ ਨਾਮ ਹੈਗਾ ਜੀ? ਭੂਮੱਧ ਰੇਖਾ, ਜਿਹਨੂੰ ਅੰਗਰੇਜ਼ੀ ਵਿੱਚ ਇਕੁਏਟਰ ਕਹਿੰਦੇ ਹੋ। 23.5 ਡਿਗਰੀ ਦੇ ਉੱਤੇ ਤੁਹਾਨੂੰ ਉੱਪਰ ਵੀ ਇੱਕ ਲਾਈਨ ਵੇਖਣ ਨੂੰ ਮਿਲਦੀ ਹੈ ਐਂਡ ਥੱਲੇ ਵੀ ਤੁਹਾਨੂੰ 23.5 ਡਿਗਰੀ ਤੇ ਲਾਈਨ ਵੇਖਣ ਨੂੰ ਮਿਲਦੀ ਹੈ। ਉੱਪਰ ਵਾਲੀ ਲਾਈਨ ਨੂੰ ਕਿਹਾ ਜਾਂਦਾ ਹੈ ਜੀ ਕਰਕ ਰੇਖਾ, ਥੱਲੇ ਵਾਲੀ ਜਿਹੜੀ ਲਾਈਨ ਹੈਗੀ ਆ ਜੀ ਇਹਨੂੰ ਕਿਹਾ ਜਾਂਦਾ ਹੈ ਜੀ ਮਕਰ ਰੇਖਾ। 23.5 ਡਿਗਰੀ ਤੇ 23.5 ਡਿਗਰੀ ਉੱਤਰ ਵਿੱਚ ਕਰਕ ਰੇਖਾ। ਕਰਕ ਰੇਖਾ ਨੂੰ ਤੁਸੀਂ ਟ੍ਰੋਪਿਕ ਆਫ ਕੈਂਸਰ ਦਾ ਨਾਮ ਦਿੰਦੇ ਹੋ। ਮਕਰ ਰੇਖਾ ਨੂੰ ਇੰਗਲਿਸ਼ ਵਿੱਚ ਟ੍ਰੋਪਿਕ ਆਫ ਕੈਪਰੀਕੌਨ ਦਾ ਜਿਹੜਾ ਨਾਮ ਹੈਗਾ ਜੀ ਤੁਸੀਂ ਉਹ ਦਿੰਦੇ ਹੋ। ਹੁਣ ਵੇਖਦੇ ਹਾਂ ਜੀ ਅੱਗੇ ਕਿ ਜਿਹੜੀ ਭੂਮੱਧ ਰੇਖਾ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ, ਇਹ ਇੱਕ ਕਲਪਿਤ ਰੇਖਾ ਹੈਗੀ ਹੈ ਜੋ ਕਿ ਧਰਤੀ ਨੂੰ 2 ਸਮਾਨ ਅਰਧ ਭਾਗਾਂ ਵਿੱਚ ਵੰਡਦੀ ਹੈਗੀ ਹੈ। ਐਂਡ ਇਹਨਾਂ ਤੁਸੀਂ ਅੱਧੇ ਭਾਗਾਂ ਨੂੰ ਅਰਧ ਗੋਲਾ ਦਾ ਨਾਮ ਦਿੰਦੇ ਹੋ, ਜਿਵੇਂ ਕਿ ਆਹ ਜਿਹੜੀ ਰੇਖਾ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ। ਸੋ ਆਹ ਦੋਨੇ ਹਿੱਸਿਆਂ ਨੂੰ, ਦੋਨੋਂ ਭਾਗਾਂ ਨੂੰ 2 ਅੱਧੇ ਹਿੱਸਿਆਂ ਵਿੱਚ ਵੰਡ ਰਹੀ ਹੈ। ਸੋ ਆਹ ਵਾਲੇ ਹਿੱਸੇ ਨੂੰ ਆਪਾਂ ਉੱਤਰੀ ਅਰਧ ਗੋਲਾ ਦਾ ਨਾਮ ਦਿੰਦੇ ਹਾਂ, ਥੱਲੜੇ ਹਿੱਸੇ ਨੂੰ ਆਪਾਂ ਦੱਖਣੀ ਅਰਧਗੋਲਾ ਦਾ ਨਾਮ ਦਵਾਂਗੇ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਅਕਸ਼ਾਂਸ਼ ਰੇਖਾਵਾਂ ਦੀ ਜਾਂ ਫਿਰ ਵਿਤਕਾਰ ਦੀ। ਇੰਗਲਿਸ਼ ਵਿੱਚ ਤੁਸੀਂ ਇਹਨੂੰ ਲੈਟੀਟਿਊਡ ਕਹਿੰਦੇ ਹੋ। ਕੀ ਕਹਿੰਦੇ ਹੋ ਜੀ? ਲੈਟੀਟਿਊਡ ਲਾਈਨਾਂ ਦਾ ਨਾਮ ਦਿੰਦੇ ਹੋ। ਲੈਟੀਟਿਊਡ ਦਾ ਮਤਲਬ ਸਮਝ ਲਿਓ ਲੇਟੀਆਂ ਹੋਈਆਂ ਲਾਈਨਾਂ। ਅਕਸ਼ਾਂਸ਼ ਜਾਂ ਫਿਰ ਵਿਤਕਾਰ ਜਿਹੜੀਆਂ ਰੇਖਾਵਾਂ ਹੁੰਦੀਆਂ ਨੇ, ਵੇਖੋ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਲੇਟੀਆਂ ਹੋਈਆਂ ਲਾਈਨਾਂ ਨੇ। ਭੂਮੱਧ ਰੇਖਾ ਇਹਦੇ ਬਿਲਕੁਲ ਵਿਚਾਲੋਂ ਦੀ ਹੋ ਕੇ ਗੁਜ਼ਰਦੀ ਹੈਗੀ ਹੈ, ਜਿਹੜੇ ਕਿ 0 ਡਿਗਰੀ ਤੇ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਕੁੱਲ ਗਿਣਤੀ ਕਿੰਨੀ ਹੈਗੀ ਹੈ ਜੀ ਇਹਨਾਂ ਰੇਖਾਵਾਂ ਦੀ, ਤੁਹਾਨੂੰ ਇਹ ਵੀ ਸਮਝਣਾ ਪੈਣਾ ਆ। ਆਹ ਵਾਲਾ ਜਿਹੜਾ ਹਿੱਸਾ ਤੁਹਾਨੂੰ ਵੇਖਣ ਨੂੰ ਮਿਲ ਰਿਹਾ, ਇਹਨੂੰ ਤੁਸੀਂ ਕੀ ਕਹਿੰਦੇ ਹੋ ਜੀ? ਇਹਨੂੰ ਤੁਸੀਂ ਉੱਤਰੀ ਅਰਧਗੋਲਾ ਕਹਿੰਦੇ ਹੋ। ਇੱਥੇ ਲਿਖਿਆ ਵੀ ਹੋਇਆ ਉੱਤਰੀ ਅਰਧਗੋਲਾ। ਆਹ ਵਾਲੇ ਹਿੱਸੇ ਨੂੰ ਜਿਹੜਾ ਕਿ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਜਿਹੜਾ ਹਿੱਸਾ ਤੁਹਾਨੂੰ ਵੇਖਣ ਨੂੰ ਮਿਲ ਰਿਹਾ, ਇਹਨੂੰ ਤੁਸੀਂ ਦੱਖਣੀ ਅਰਧਗੋਲਾ ਕਹਿੰਦੇ ਹੋ। ਐਂਡ ਉੱਪਰ ਜਿਹੜੇ ਤੁਹਾਨੂੰ ਪੁਆਇੰਟ ਵੇਖਣ ਨੂੰ ਮਿਲ ਰਿਹਾ ਜੀ, ਇਹ ਤੁਹਾਨੂੰ 90 ਡਿਗਰੀ ਤੇ 90 ਡਿਗਰੀ ਉੱਤਰੀ ਧਰੁਵ ਦੇ ਵਿੱਚ ਆਹ ਪੁਆਇੰਟ ਵੇਖਣ ਨੂੰ ਮਿਲੇਗਾ। ਐਂਡ ਇੱਧਰ ਤੁਹਾਨੂੰ ਦੱਖਣੀ ਧਰੁਵ, ਤੁਹਾਨੂੰ 90 ਡਿਗਰੀ ਦੱਖਣੀ ਧਰੁਵ ਤੇ ਵੇਖਣ ਨੂੰ ਜਿਹੜਾ ਲਾਈਨ ਹੈਗੀ ਆ, ਪੁਆਇੰਟ ਹੈਗਾ ਜੀ, ਇਹ ਵੇਖਣ ਨੂੰ ਮਿਲਦਾ ਹੈ। ਸਮਾਂਤਰ ਰੇਖਾਵਾਂ ਕੀ ਹੁੰਦੀਆਂ ਨੇ ਜੀ? ਇੰਗਲਿਸ਼ ਵਿੱਚ ਤੁਸੀਂ ਇਹਨਾਂ ਨੂੰ ਪੈਰਲਲ ਲਾਈਨਸ ਕਹਿ ਦਿੰਦੇ ਹੋ। ਇਹ ਜਿਹੜੀਆਂ ਰੇਖਾਵਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਕਸ਼ਾਂਸ਼ ਰੇਖਾਵਾਂ, ਵਿਤਕਾਰ ਰੇਖਾਵਾਂ ਜਾਂ ਫਿਰ ਲੈਟੀਟਿਊਡ ਲਾਈਨਾਂ, ਇਹ ਜਿਹੜੀਆਂ ਲਾਈਨਾਂ ਹੁੰਦੀਆਂ ਨੇ ਇਹ ਬਿਲਕੁਲ ਇੱਕ ਦੂਜੇ ਦੇ ਪੈਰਲਲ ਹੁੰਦੀਆਂ ਨੇ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇੱਕ ਦੂਜੇ ਨੂੰ ਇਹ ਲਾਈਨਾਂ ਕੱਟਦੀਆਂ ਨਹੀਂ ਹੈਗੀਆਂ, ਬਟ ਜਿਵੇਂ ਜਿਵੇਂ ਇਹ ਧਰੁਵ ਲਾਈਨਾਂ ਜਾਂਦੀਆਂ ਨੇ, ਇਹਨਾਂ ਦੀ ਜਿਹੜੀ ਲੰਬਾਈ ਹੈਗੀ ਆ ਜੀ ਉਹ ਘਟਦੀ ਜਾਂਦੀ ਹੈ, ਜਿਵੇਂ ਕਿ ਤੁਸੀਂ ਇਸ ਫੋਟੋ ਦੇ ਵਿੱਚ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ। ਕੁੱਲ ਗਿਣਤੀ ਦੀ ਜੇਕਰ ਮੈਂ ਗੱਲ ਕਰਾਂ ਤਾਂ ਉੱਤਰੀ ਧਰੁਵ ਦੀਆਂ ਲਾਈਨਾਂ ਜਾਂ ਫਿਰ ਦੱਖਣੀ ਧਰੁਵ ਦੀਆਂ ਜਿਹੜੀਆਂ ਲਾਈਨਾਂ ਨੇ, ਜਾਂ ਫਿਰ ਉੱਤਰੀ ਅਰਧਗੋਲੇ ਜਾਂ ਫਿਰ ਦੱਖਣੀ ਅਰਧਗੋਲੇ ਦੀਆਂ ਜਿਹੜੀਆਂ ਕੁੱਲ ਲਾਈਨਾਂ ਹੁੰਦੀਆਂ ਨੇ, ਜਾਂ ਫਿਰ ਤੁਸੀਂ ਦੂਜੇ ਸ਼ਬਦਾਂ ਵਿੱਚ ਸਮਝੋ ਕਿ ਜਿਹੜੀਆਂ ਇਹ ਅਕਸ਼ਾਂਸ਼ ਜਾਂ ਫਿਰ ਵਿਤਕਾਰ ਜਾਂ ਫਿਰ ਲੈਟੀਟਿਊਡ ਲਾਈਨਾਂ ਨੇ, ਇਹਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ। ਸੋ ਤੁਸੀਂ ਵੇਖੋ ਉੱਤਰੀ ਅਰਧਗੋਲੇ ਦੇ ਵਿੱਚ
ਉੱਤਰੀ ਅਰਧ ਗੋਲੇ ਦੀ ਜੇਕਰ ਮੈਂ ਗੱਲ ਕਰਾਂ, ਸਭ ਤੋਂ ਪਹਿਲਾਂ ਉੱਤਰੀ ਅਰਧ ਗੋਲੇ ਦੀ ਮੈਂ ਗੱਲ ਕਰੂੰਗਾ। ਇੱਥੇ ਤੁਹਾਨੂੰ ਕਿੰਨੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਨੇ? 90 ਲਾਈਨਾਂ ਵੇਖਣ ਨੂੰ ਮਿਲ ਰਹੀਆਂ ਨੇ। ਤੇ ਦੱਖਣੀ ਅਰਧ ਗੋਲਾ ਜਿਹੜਾ ਹੈਗਾ ਆ ਉਹਦੇ ਵਿੱਚ ਵੀ ਤੁਹਾਨੂੰ 90 ਲਾਈਨਾਂ ਵੇਖਣ ਨੂੰ ਮਿਲਦੀਆਂ ਨੇ। ਤੇ ਇੱਕ ਤੁਹਾਨੂੰ ਭੂਮੱਧ ਰੇਖਾ ਵਾਲੀ ਜਿਹੜੀ ਲਾਈਨ ਹੈਗੀ ਆ, ਇਹ ਵੀ ਤਾਂ ਇੱਕ ਅਕਸ਼ਾਂਸ਼ ਰੇਖਾ ਹੀ ਹੈਗੀ ਆ। ਸੋ ਇਹ ਕਿੰਨੀਆਂ ਬਣ ਗਈਆਂ? ਇੱਥੇ ਮੈਂ ਇਹਨਾਂ ਸਾਰਿਆਂ ਨੂੰ ਹੁਣ ਆਪਾਂ ਜੋੜ ਲੈਣਾ ਆ। ਹੁਣ ਜਦੋਂ ਆਪਾਂ ਇਹਨਾਂ ਨੂੰ ਜੋੜਾਂਗੇ ਤੇ ਇਹ ਬਣ ਗਿਆ ਜੀ 1 ਤੇ 9 9 18। ਸੋ ਕੁੱਲ ਮਿਲਾ ਕੇ 181 ਜਿਹੜੀਆਂ ਤੁਹਾਨੂੰ ਅਕਸ਼ਾਂਸ਼ ਰੇਖਾਵਾਂ ਨੇ, 181 ਅਕਸ਼ਾਂਸ਼ ਰੇਖਾਵਾਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ। ਐਂਡ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਜਿਵੇਂ ਜਿਵੇਂ ਇਹ ਲਾਈਨਾਂ ਧਰੁਵ ਵੱਲ ਜਾਂਦੀਆਂ ਨੇ, ਇਹਨਾਂ ਦੀ ਜਿਹੜੀ ਲੰਬਾਈ ਹੈਗੀ ਆ ਜੀ ਉਹ ਘਟਦੀ ਜਾਂਦੀ ਹੈ ਤੇ ਧਰੁਵਾਂ ਤੇ ਆ ਕੇ ਸਿਰਫ ਇਹ ਬਿੰਦੂ ਰਹਿ ਜਾਂਦੇ ਆ। ਆ ਤੁਸੀਂ ਵੇਖ ਰਹੇ ਹੋ, ਆ ਸਿਰਫ ਬਿੰਦੀਆਂ ਰਹਿ ਜਾਂਦੀਆਂ, ਇੱਥੇ ਕੋਈ ਲਾਈਨ ਨਹੀਂ ਹੁੰਦੀ। ਬਟ ਫਿਰ ਵੀ ਆਪਾਂ ਇਹਨਾਂ ਨੂੰ ਕਾਊਂਟ ਕਰਦੇ ਹੈਗੇ ਆ। ਸੋ ਕੁੱਲ ਮਿਲਾ ਕੇ 181 ਲਾਈਨਾਂ ਹੋ ਗਈਆਂ ਨੇ। ਡਾਇਗਰਾਮ ਦੀ ਹੈਲਪ ਨਾਲ ਮੈਂ ਤੁਹਾਨੂੰ ਸਾਰਾ ਕੁਝ ਸਮਝਾ ਦਿੱਤਾ ਹੈ। ਹੁਣ ਅਕਸ਼ਾਂਸ਼ ਰੇਖਾਵਾਂ ਦੇ ਵਿੱਚ ਕੁਝ ਜ਼ਰੂਰੀ ਲਾਈਨਾਂ ਹੁੰਦੀਆਂ ਨੇ ਜਿਹਦੇ ਵਿੱਚੋਂ ਐਗਜ਼ਾਮ ਦੇ ਵਿੱਚ ਕਾਫੀ ਸਾਰੇ ਪ੍ਰਸ਼ਨ ਬਣ ਜਾਂਦੇ ਆ। ਐਂਡ ਸੈਸ਼ਨ ਦੀ ਸਟਾਰਟਿੰਗ ਦੇ ਵਿੱਚ ਹੀ ਮੈਂ ਤੁਹਾਨੂੰ ਕਰਕ ਰੇਖਾ, ਮਕਰ ਰੇਖਾ ਬਾਰੇ ਦੱਸਿਆ ਸੀਗਾ। ਸੇਮ ਗੱਲਾਂ ਨੂੰ ਆਪਾਂ ਰਿਪੀਟ ਹੀ ਕਰਨਾ ਹੈ। ਸੋ ਭੂਮੱਧ ਰੇਖਾ ਕੀ ਹੈ ਜੀ? ਇੱਕ ਮਹੱਤਵਪੂਰਨ ਅਕਸ਼ਾਂਸ਼ ਹੈਗੀ ਆ। ਭੂਮੱਧ ਰੇਖਾ ਕਿਹੜੀ ਹੈ ਜੀ? ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਇਕੁਏਟਰ ਦਾ ਨਾਮ ਦਿੰਦੇ ਹੋ। ਆ ਕਿਹੜੀ ਲਾਈਨ ਹੈ ਜੀ? ਇਹ ਹੈਗੀ ਆ ਭੂਮੱਧ ਰੇਖਾ। ਭੂਮੱਧ ਰੇਖਾ 0 ਡਿਗਰੀ ਜਿਹੜੀ ਲਾਈਨ ਹੈਗੀ ਆ ਜੀ ਉੱਥੋਂ ਹੋ ਕੇ ਗੁਜ਼ਰਦੀ ਹੈਗੀ ਆ। ਤੇ ਹੋਰ ਵੀ ਤੁਹਾਨੂੰ ਕੁਝ ਲਾਈਨਾਂ ਵੇਖਣ ਨੂੰ ਮਿਲਦੀਆਂ ਨੇ। ਸੋ ਆਹ ਵਾਲਾ ਜਿਹੜਾ ਹਿੱਸਾ ਹੈਗਾ ਆ, ਇਹਨੂੰ ਤੁਸੀਂ ਕੀ ਕਹਿੰਦੇ ਹੋ ਜੀ? ਇਹਨੂੰ ਤੁਸੀਂ ਉੱਤਰੀ ਅਰਧਗੋਲਾ ਕਹਿੰਦੇ ਹੋ। ਐਂਡ ਥੱਲੇ ਵਾਲਾ ਜਿਹੜਾ ਤੁਹਾਨੂੰ ਹਿੱਸਾ ਵੇਖਣ ਨੂੰ ਮਿਲ ਰਿਹਾ, ਇਹਨੂੰ ਤੁਸੀਂ ਦੱਖਣੀ ਅਰਧਗੋਲਾ ਦਾ ਨਾਮ ਦਿੰਦੇ ਹੋ। ਇਹ ਚੀਜ਼ਾਂ ਕਾਫੀ ਇੰਪੋਰਟੈਂਟ ਨੇ। ਇਹਦੇ ਉੱਪਰ ਵਾਲਾ ਜਿਹੜਾ ਹਿੱਸਾ ਹੈਗਾ ਜੀ ਉਹਨੂੰ ਤੁਸੀਂ ਉੱਤਰੀ ਅਰਧਗੋਲਾ, ਥੱਲੇ ਵਾਲੇ ਹਿੱਸੇ ਨੂੰ ਦੱਖਣੀ ਅਰਧਗੋਲਾ ਦਾ ਨਾਮ ਦਿੰਦੇ ਹੋ। ਉੱਤਰੀ ਅਰਧਗੋਲਾ ਤੇ ਦੱਖਣੀ ਅਰਧਗੋਲਾ ਦੇ ਵਿੱਚ ਤੁਹਾਨੂੰ ਕੁਝ ਰੇਖਾਵਾਂ ਦੇਖਣ ਨੂੰ ਮਿਲਦੀਆਂ ਨੇ। ਜਿਵੇਂ ਕਿ ਤੁਸੀਂ ਇਸ ਫੋਟੋ ਵਿੱਚ ਵੇਖੋ, ਇੱਕ 23.5 ਡਿਗਰੀ ਦੇ ਉੱਤੇ ਤੁਹਾਨੂੰ ਇੱਕ ਰੇਖਾ ਵੇਖਣ ਨੂੰ ਮਿਲ ਰਹੀ ਹੈ ਜਿਹਦਾ ਨਾਮ ਕੀ ਹੈਗਾ ਜੀ? ਕਰਕ ਰੇਖਾ। ਕਰਕ ਰੇਖਾ, ਟ੍ਰੋਪਿਕ ਆਫ ਕੈਂਸਰ ਜਿਹਨੂੰ ਤੁਸੀਂ ਕਹਿੰਦੇ ਹੋ। ਮੈਂ ਸਿਰਫ ਕੈਂਸਰ ਵਰਡ ਲਿਖ ਦਿੰਦਾ ਆ। ਟ੍ਰੋਪਿਕ ਆਫ ਕੈਂਸਰ ਤੁਸੀਂ ਕਰਕ ਰੇਖਾ ਨੂੰ ਕਹਿੰਦੇ ਹੋ ਇੰਗਲਿਸ਼ ਦੇ ਵਿੱਚ। ਤੇ ਇਹ ਕਿਹੜੀ ਲਾਈਨ ਹੈਗੀ ਆ ਜੀ? ਇਹ 23.5 ਡਿਗਰੀ ਉੱਤਰੀ ਅਰਧਗੋਲੇ ਜਾਂ ਫਿਰ ਨਾਰਥਰਨ ਹੈਮੀਸਫੇਅਰ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਨਾਰਥਰਨ ਜਾਂ ਫਿਰ ਉੱਤਰੀ ਖੇਤਰ ਵਿੱਚ, ਉੱਤਰੀ ਅਰਧਗੋਲੇ ਵਿੱਚ ਵੇਖਣ ਨੂੰ ਮਿਲਦੀ ਹੈ। ਤੇ 23.5 ਡਿਗਰੀ ਜਿਹੜੀ ਮਕਰ ਰੇਖਾ ਹੈਗੀ ਆ ਜਿਹਨੂੰ ਤੁਸੀਂ ਟ੍ਰੋਪਿਕ ਆਫ ਕੈਪਰੀਕੌਨ ਕਹਿੰਦੇ ਹੋ। ਟ੍ਰੋਪਿਕ ਆਫ ਕੈਪਰੀਕੌਨ ਜਿਹਨੂੰ ਤੁਸੀਂ ਕਹਿ ਰਹੇ ਹੋ, ਇਹ ਜਿਹੜੀ ਰੇਖਾ ਹੈਗੀ ਆ ਤੁਹਾਨੂੰ ਇਹ ਉੱਤਰੀ, ਜਿਹਨੂੰ ਤੁਸੀਂ ਦੱਖਣੀ ਕਹਿੰਦੇ ਹੋ, ਸੌਰੀ, ਇਹ ਤੁਹਾਨੂੰ ਦੱਖਣੀ, ਜਿਹਨੂੰ ਤੁਸੀਂ ਸਦਨ ਕਹਿ ਦਿੰਦੇ ਹੋ, ਦੱਖਣੀ ਭਾਗ ਦੇ ਵਿੱਚ ਤੁਹਾਨੂੰ ਇਹ ਰੇਖਾ ਵੇਖਣ ਨੂੰ ਮਿਲਦੀ ਹੈਗੀ ਆ ਜਿਹਨੂੰ ਤੁਸੀਂ 23.5 ਡਿਗਰੀ ਮਕਰ ਰੇਖਾ ਜਾਂ ਫਿਰ ਟ੍ਰੋਪਿਕ ਆਫ ਕੈਪਰੀਕੌਨ ਦਾ ਨਾਮ ਦੇ ਰਹੇ ਹੋ। ਐਂਡ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਆ। ਕਿਉਂ ਗਰਮੀ ਪੈਂਦੀ ਹੈ? ਕਿਉਂਕਿ ਸੂਰਜ ਦੀਆਂ ਕਿਰਨਾਂ ਸਿੱਧੀਆਂ ਇਹਨਾਂ ਇਲਾਕੇ ਦੇ ਵਿੱਚ ਪੈਂਦੀਆਂ ਨੇ, ਜਿਹਦੇ ਕਰਕੇ ਸਾਰਾ ਸਾਲ ਤੁਹਾਨੂੰ ਇੱਥੇ ਮੀਂਹ ਵੀ ਵੇਖਣ ਨੂੰ ਮਿਲੇਗਾ ਤੇ ਗਰਮੀ ਵੀ ਜ਼ਿਆਦਾ ਇਹਨਾਂ ਇਲਾਕਿਆਂ ਵਿੱਚ ਹੀ ਵੇਖਣ ਨੂੰ ਮਿਲਦੀ ਹੈ। ਹੁਣ 2 ਰੇਖਾਵਾਂ ਹੋਰ ਨੇ ਜੀ, ਉਹਨਾਂ ਦੀ ਗੱਲ ਵੀ ਆਪਾਂ ਸਮਝ ਲੈਣੀ ਆ। ਐਂਡ ਉਹ ਰੇਖਾਵਾਂ ਸਿਚੁਏਟਡ ਹੈਗੀਆਂ ਨੇ ਜੀ 66.5 ਡਿਗਰੀ ਦੇ ਉੱਤੇ। 66.5 ਡਿਗਰੀ ਉੱਤਰ ਦੇ ਵਿੱਚ ਤੁਹਾਨੂੰ ਇੱਕ ਰੇਖਾ ਵੇਖਣ ਨੂੰ ਮਿਲਦੀ ਹੈ ਤੇ ਇੱਕ ਰੇਖਾ ਤੁਹਾਨੂੰ 66.5 ਡਿਗਰੀ ਦੱਖਣ ਵਿੱਚ ਵੇਖਣ ਨੂੰ ਮਿਲਦੀ ਹੈ। ਉੱਤਰ ਵਿੱਚ ਜਿਹੜੀ ਰੇਖਾ ਹੁੰਦੀ ਹੈ ਉਹਨੂੰ ਤੁਸੀਂ ਆਰਕਟਿਕ ਗੋਲਾਕਾਰ ਕਹਿੰਦੇ ਹੋ। ਆਰਕਟਿਕ ਸਰਕਲ ਅੰਗਰੇਜ਼ੀ ਵਿੱਚ ਕਹਿ ਸਕਦੇ ਹੋ। ਤੇ ਥੱਲੇ ਜਿਹੜੀ ਤੁਹਾਨੂੰ ਦੱਖਣੀ ਅਰਧਗੋਲੇ ਵਿੱਚ ਇੱਕ ਰੇਖਾ ਵੇਖਣ ਨੂੰ ਮਿਲਦੀ ਹੈ, ਇਹਨੂੰ ਤੁਸੀਂ 66.5 ਡਿਗਰੀ ਅੰਟਾਰਕਟਿਕ ਗੋਲਾਕਾਰ ਕਹਿੰਦੇ ਹੋ। ਕਨਫਿਊਜ਼ ਨਾ ਹੋ ਜਿਓ, ਉੱਪਰ ਵਾਲੀ ਆਰਕਟਿਕ, ਥੱਲੇ ਵਾਲੀ ਅੰਟਾਰਕਟਿਕ। ਉੱਪਰ ਵਾਲੀ ਆਰਕਟਿਕ ਉੱਤਰੀ ਗੋਲੇ ਦੇ ਵਿੱਚ ਜਿਹੜੀ ਹੈਗੀ ਆ, ਥੱਲੇ ਵਾਲੀ ਜਿਹੜੀ ਹੈਗੀ ਆ ਰੇਖਾ ਜਿਹੜੀ ਕਿ ਦੱਖਣੀ ਅਰਧਗੋਲੇ ਵਿੱਚ ਵੇਖਣ ਨੂੰ ਮਿਲਦੀ ਹੈ, ਉਹਨੂੰ ਤੁਸੀਂ ਅੰਟਾਰਕਟਿਕ ਦਾ ਨਾਮ ਦਿੰਦੇ ਹੋ। ਐਂਡ ਇੱਕ ਮੈਂ ਹੋਰ ਇੰਪੋਰਟੈਂਟ ਗੱਲ ਦੱਸ ਦਿੰਨਾ ਆ। ਤੁਹਾਨੂੰ ਪਤਾ ਆ ਕਿ ਜਿਹੜੀ ਕਰਕ ਰੇਖਾ ਹੈਗੀ ਆ ਨਾ, ਆ ਜਿਹੜੀ ਕਰਕ ਰੇਖਾ ਤੁਹਾਨੂੰ ਵੇਖਣ ਨੂੰ ਮਿਲਦੀ ਹੈ, ਆਪਣਾ ਜਿਹੜਾ ਭਾਰਤ ਦੇਸ਼ ਹੈਗਾ ਆ, ਆਪਣਾ ਜਿਹੜਾ ਭਾਰਤ ਦੇਸ਼ ਹੈਗਾ ਆ ਉਹਦੇ ਬਿਲਕੁਲ ਹੀ ਵਿਚਕਾਰ ਦੀ ਹੋ ਕੇ ਇਹ ਜਿਹੜੀ ਰੇਖਾ ਹੈਗੀ ਆ ਜੀ ਇਹ ਲੰਘਦੀ ਹੈਗੀ ਆ। ਇਸ ਪੁਆਇੰਟ ਨੂੰ ਤੁਸੀਂ ਯਾਦ ਕਰ ਲੈਣਾ ਹੈ ਕਿ ਕਰਕ ਰੇਖਾ ਆਪਣੇ ਭਾਰਤ ਦੇਸ਼ ਦੇ ਬਿਲਕੁਲ ਵਿਚਕਾਰ ਤੋਂ ਲੰਘਦੀ ਹੈਗੀ ਆ। ਐਂਡ ਉਹਨਾਂ ਸਟੇਟਾਂ ਦੇ ਨਾਮ ਤੁਸੀਂ ਦੱਸ ਦਿਓ ਜਿਹੜੀਆਂ ਸਟੇਟਾਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚੋਂ ਇਹ ਰੇਖਾ ਲੰਘਦੀ ਹੈਗੀ ਆ, ਉਹ ਤੁਸੀਂ ਕਮੈਂਟ ਕਰਕੇ ਦੱਸ ਦਿਓ। ਅਗਲੀ ਵੀਡੀਓ ਵਿੱਚ ਮੈਂ ਉਹਦਾ ਜਵਾਬ ਵੀ ਦੱਸ ਦਊਂਗਾ। ਰੇਖਾਵਾਂ ਬਾਰੇ ਤਾਂ ਤੁਸੀਂ ਸਮਝ ਲਿਆ, ਹੁਣ ਤੁਸੀਂ ਇਹ ਵੀ ਸਮਝ ਜੋ ਕਿ ਇਹਨਾਂ ਦੀ ਇੰਪੋਰਟੈਂਸ ਕੀ ਹੈਗੀ ਆ, ਮਹੱਤਤਾ ਕੀ ਹੈਗੀ ਆ। ਤੇ ਉੱਤਰੀ ਧਰੁਵ ਤੇ ਦੱਖਣੀ ਧਰੁਵ ਇਹ ਵੀ ਕਿਹੜੀਆਂ ਰੇਖਾਵਾਂ ਨੇ ਜੀ? ਇਹਨਾਂ ਨੂੰ ਵੀ ਤੁਸੀਂ ਅਕਸ਼ਾਂਸ਼ ਰੇਖਾਵਾਂ ਹੀ ਕਹਿੰਦੇ ਹੋ। ਹੁਣ ਆਪਾਂ ਇਹਨਾਂ ਦੀ ਇੰਪੋਰਟੈਂਸ ਦੀ ਗੱਲ ਕਰ ਲੈਂਦੇ ਆ ਕਿ ਮਹੱਤਤਾ ਕੀ ਹੈਗੀ ਆ। ਅਕਸ਼ਾਂਸ਼ੀ ਜਾਂ ਫਿਰ ਵਿਤਕਾਰੀ ਸਥਿਤੀ ਜੇਕਰ ਆਪਾਂ ਨੂੰ ਪਤਾ ਹੋਊਗੀ ਤੇ ਆਪਾਂ ਪਤਾ ਲਗਾ ਸਕਦੇ ਹਾਂ ਕਿ ਉਸ ਜਗ੍ਹਾ ਦਾ ਤਾਪਮਾਨ ਕੀ ਹੈ। ਜਗ੍ਹਾ ਦਾ ਜਿਹੜਾ ਤਾਪਮਾਨ ਹੈਗਾ ਉਹ ਕਿਵੇਂ ਪਤਾ ਲਗਾ ਸਕਦੇ ਆ? ਜੇਕਰ ਆਪਾਂ ਨੂੰ ਪਤਾ ਲੱਗ ਗਿਆ ਕਿ ਵੀ ਆਹ ਵਾਲਾ ਏਰੀਆ ਇਹਦੇ ਵਿੱਚ ਆ ਤੇ ਆਪਾਂ ਨੂੰ ਪਤਾ ਹੈ ਕਿ ਸੂਰਜ ਦੀਆਂ ਕਿਰਨਾਂ ਇੱਥੇ ਸਿੱਧੀਆਂ ਪੈ ਰਹੀਆਂ ਨੇ,
ਇੱਧਰ ਤਿਰਛੀਆਂ ਪੈਣਗੀਆਂ, ਇੱਧਰ ਬਹੁਤ ਜ਼ਿਆਦਾ ਤਿਰਛੀਆਂ ਪੈਣਗੀਆਂ। ਸੋ ਇੱਧਰ ਜ਼ਿਆਦਾ ਠੰਡ ਵੇਖਣ ਨੂੰ ਮਿਲੂਗੀ, ਇੱਧਰ ਥੋੜੀ ਜਿਹੀ ਘੱਟ ਠੰਡ ਵੇਖਣ ਨੂੰ ਮਿਲੇਗੀ, ਇੱਧਰ ਜ਼ਿਆਦਾ ਗਰਮੀ ਦੇਖਣ ਨੂੰ ਮਿਲੇਗੀ। ਸੋ ਸੇਮ ਹਾਲ ਤੁਹਾਨੂੰ ਇੱਧਰ ਵੀ ਵੇਖਣ ਨੂੰ ਮਿਲੇਗਾ ਕਿ ਇੱਧਰ ਠੀਕ ਠਾਕ ਠੰਡ ਹੋਣੀ ਆ, ਇੱਧਰ ਜ਼ਿਆਦਾ ਠੰਡ ਹੋਣੀ ਆ। ਸੋ ਕੁੱਲ ਮਿਲਾ ਕੇ ਜੇਕਰ ਤੁਹਾਨੂੰ ਕਿਸੇ ਜਗ੍ਹਾ ਦੀ ਅਕਸ਼ਾਂਸ਼ ਰੇਖਾਵਾਂ ਬਾਰੇ ਪਤਾ ਹੈ ਤਾਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਉੱਥੇ ਦਾ ਤਾਪਮਾਨ ਕੀ ਹੋਵੇਗਾ। ਐਂਡ ਇਹਨਾਂ ਅਕਸ਼ਾਂਸ਼ਾਂ ਦੀ ਮਦਦ ਨਾਲ ਹੀ ਤਾਂ ਧਰਤੀ ਨੂੰ ਵੱਖ-ਵੱਖ ਤਾਪ ਖੰਡਾਂ ਦੇ ਵਿੱਚ ਵੰਡਿਆ ਹੋਇਆ, ਜਿਵੇਂ 0 ਡਿਗਰੀ ਤੋਂ ਲੈ ਕੇ 10 ਡਿਗਰੀ ਉੱਤਰ ਤੋਂ ਲੈ ਕੇ 0 ਡਿਗਰੀ ਤੋਂ ਲੈ ਕੇ 10 ਡਿਗਰੀ ਦੱਖਣ ਅਕਸ਼ਾਂਸ਼ ਦੇ ਵਿੱਚ ਸਭ ਤੋਂ ਵੱਧ ਜਿਹੜੀ ਗਰਮੀ ਹੈਗੀ ਆ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦੀ ਹੈਗੀ ਆ। ਇਸੇ ਤਰ੍ਹਾਂ 50 ਡਿਗਰੀ ਉੱਤਰ ਤੇ 50 ਡਿਗਰੀ ਦੱਖਣ ਦੇ ਵਿੱਚ ਆਸ-ਪਾਸ ਜਿਹੜਾ ਖੇਤਰ ਸਥਿਤ ਹੈਗਾ ਆ ਉਹਨੂੰ ਤੁਸੀਂ ਠੰਡੇ ਖੇਤਰ ਕਹਿੰਦੇ ਹੋ। ਇਹਨਾਂ ਨੂੰ ਮੈਂ ਡਾਇਗਰਾਮ ਨਾਲ ਵੀ ਦੱਸੂਗਾ, ਇੱਕ ਵਾਰ ਤੁਸੀਂ ਵੈਸੇ ਸਮਝ ਲਓ। ਅਕਸ਼ਾਂਸ਼ ਦੀ ਮਦਦ ਨਾਲ ਅਸੀਂ ਭੂਮੱਧ ਰੇਖਾ ਤੋਂ ਕਿਸੇ ਥਾਂ ਦੀ ਦੂਰੀ ਕਿੰਨੀ ਹੈਗੀ ਆ ਇਹਦਾ ਵੀ ਪਤਾ ਲਗਾ ਸਕਦੇ ਹਾਂ, ਤੇ ਭੂਮੱਧ ਰੇਖਾ ਤੋਂ 1 ਡਿਗਰੀ ਅਕਸ਼ਾਂਸ਼ ਦੀ ਜਿਹੜੀ ਦੂਰੀ ਹੈਗੀ ਆ ਉਹ 111 ਕਿਲੋਮੀਟਰ ਦਰਸਾਈ ਜਾਂਦੀ ਹੈ। ਇੰਨੀ ਗੱਲ ਧਿਆਨ ਰੱਖ ਲਿਓ, ਆਪਾਂ ਅਕਸ਼ਾਂਸ਼ ਰੇਖਾਵਾਂ ਦੀ ਗੱਲ ਕਰ ਰਹੇ ਹਾਂ, ਨਾ ਕਿ ਦੇਸ਼ਾਂਤਰ ਰੇਖਾਵਾਂ ਦੀ। ਅਕਸ਼ਾਂਸ਼ ਰੇਖਾਵਾਂ ਲੇਟੀਆਂ ਹੋਈਆਂ ਰੇਖਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਅੰਗਰੇਜ਼ੀ ਵਿੱਚ ਲੈਟੀਟਿਊਡ ਕਹਿੰਦੇ ਹੋ, ਤੇ 1 ਡਿਗਰੀ ਅਕਸ਼ਾਂਸ਼ ਦੇ ਵਿੱਚ ਤੁਹਾਨੂੰ 111 ਕਿਲੋਮੀਟਰ ਵੇਖਣ ਨੂੰ ਮਿਲਦਾ ਹੈ। ਹੁਣ ਆਪਾਂ ਦੇਸ਼ਾਂਤਰ ਰੇਖਾਵਾਂ ਦੀ ਗੱਲ ਕਰਾਂਗੇ ਜਿਹਨੂੰ ਤੁਸੀਂ ਲੰਬਕਾਰ ਜਾਂ ਫਿਰ ਲੌਂਗੀਟਿਊਡ ਦਾ ਨਾਮ ਦਿੰਦੇ ਹੋ। ਲੌਂਗੀਟਿਊਡ ਯਾਦ ਕਰ ਲਓ, ਦੇਸ਼ਾਂਤਰ ਰੇਖਾਵਾਂ ਨੂੰ ਲੰਬਕਾਰ ਜਾਂ ਫਿਰ ਲੌਂਗੀਟਿਊਡ ਕਹਿੰਦੇ ਹੋ। ਦੇਸ਼ਾਂਤਰ ਰੇਖਾਵਾਂ ਕਿਹੜੀਆਂ ਹੁੰਦੀਆਂ ਨੇ ਜੀ? ਜਿਵੇਂ ਕਿ ਮੈਂ ਇੱਥੇ ਇੱਕ ਫੋਟੋ ਬਣਾਈ, ਇਸ ਦੇ ਵਿੱਚ ਜਿਹੜੀਆਂ ਮੈਂ ਇਸ ਤਰ੍ਹਾਂ ਦੀਆਂ ਲਾਈਨਾਂ ਬਣਾ ਰਿਹਾ, ਇਹ ਕਿਹੜੀਆਂ ਰੇਖਾਵਾਂ ਨੇ ਜੀ? ਇਹ ਹੈਗੀਆਂ ਨੇ ਜੀ ਦੇਸ਼ਾਂਤਰ ਰੇਖਾਵਾਂ। ਤੇ ਅਕਸ਼ਾਂਸ਼ ਰੇਖਾਵਾਂ ਕਿਹੜੀਆਂ ਨੇ ਜੀ? ਆਹ ਵੇਖੋ ਤੁਸੀਂ, ਆਹ ਜਿਹੜੀਆਂ ਰੇਖਾਵਾਂ ਮੈਂ ਖਿੱਚ ਰਿਹਾ ਇਹ ਹੈਗੀਆਂ ਨੇ ਜੀ ਅਕਸ਼ਾਂਸ਼ ਰੇਖਾਵਾਂ, ਤੇ ਦੂਜੀ ਜਿਹੜੀ ਡਾਇਗਰਾਮ ਆਹ ਵਾਲੀ ਬਣਾਈ ਹੋਈ ਆ ਇਹ ਹੈਗੀਆਂ ਨੇ ਜੀ ਦੇਸ਼ਾਂਤਰ ਰੇਖਾਵਾਂ। ਤੇ ਇਹਨਾਂ ਨੂੰ ਤੁਸੀਂ ਦੇਖੋ ਲੰਬਕਾਰ ਜਾਂ ਫਿਰ ਦੇਸ਼ਾਂਤਰ ਰੇਖਾਵਾਂ ਆਪਾਂ ਇਹਨਾਂ ਦਾ ਨਾਮ ਦਿੰਨੇ ਹੈਗੇ ਆ। ਐਂਡ ਇੱਕ ਜਿਹੜੀ 0 ਡਿਗਰੀ ਤੇ ਜਿਹੜੀ ਲਾਈਨ ਹੁੰਦੀ ਹੈ ਅਕਸ਼ਾਂਸ਼ ਰੇਖਾ, ਉਹਨੂੰ ਤਾਂ ਤੁਸੀਂ ਭੂਮੱਧ ਰੇਖਾ ਕਹਿੰਦੇ ਸੀਗੇ, ਤਾਂ ਬਟ ਜਿਹੜੀ ਆਹ ਦੇਸ਼ਾਂਤਰ ਰੇਖਾਵਾਂ ਦੀ ਜੇਕਰ ਆਪਾਂ ਗੱਲ ਕਰਦੇ ਆ, ਇਹਦੇ ਵਿੱਚ ਜਿਹੜੀ 0 ਡਿਗਰੀ ਵਾਲੀ ਰੇਖਾ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਐਂਡ ਇਹ ਜਿਹੜੀ ਰੇਖਾ ਹੈਗੀ ਆ, ਜਿਹੜਾ ਦੇਸ਼ਾਂਤਰ ਹੈਗਾ ਆ ਇੰਗਲੈਂਡ ਦੇ ਗ੍ਰੀਨ ਵਿੱਚੋਂ ਲੰਘਦਾ ਹੈਗਾ ਆ, ਉਸ ਨੂੰ ਮੁੱਖ ਮਧਿਆਨ ਰੇਖਾ ਜਾਂ ਫਿਰ 0 ਡਿਗਰੀ ਲੰਬਕਾਰ ਦਾ ਆਪਾਂ ਨਾਮ ਦਿੰਨੇ ਹੈਗੇ ਆ ਇਸ ਰੇਖਾ ਨੂੰ। ਐਂਡ ਇਸ ਰੇਖਾ ਦੇ ਤੁਸੀਂ ਪੂਰਬ ਵੱਲ ਵੇਖੋ ਤੇ ਪੱਛਮ ਵੱਲ ਵੇਖੋ। ਪੂਰਬ ਦੇ ਵਿੱਚ ਵੀ ਤੁਹਾਨੂੰ 180 ਡਿਗਰੀ ਲਾਈਨਾਂ ਵੇਖਣ ਨੂੰ ਮਿਲਦੀਆਂ ਨੇ ਜਾਂ ਫਿਰ 180 ਲਾਈਨਾਂ ਵੇਖਣ ਨੂੰ ਮਿਲਦੀਆਂ ਨੇ। ਐਂਡ ਪੱਛਮ ਦੇ ਵਿੱਚ ਵੀ ਤੁਹਾਨੂੰ 180 ਲਾਈਨਾਂ ਵੇਖਣ ਨੂੰ ਮਿਲਦੀਆਂ ਨੇ। ਕੁੱਲ ਇਹਨਾਂ ਦਾ ਜੋੜ ਕਿੰਨਾ ਬਣ ਗਿਆ ਜੀ? ਲਗਭਗ 360 ਇਹਨਾਂ ਦਾ ਜਿਹੜਾ ਜੋੜ ਹੈਗਾ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਐਂਡ 1 ਡਿਗਰੀ ਦੇ ਵਿੱਚ ਤੁਹਾਨੂੰ 4 ਮਿੰਟ ਵੇਖਣ ਨੂੰ ਮਿਲਦੇ ਹੈਗੇ ਆ। ਇੱਕ ਜਿਹੜਾ ਡਿਗਰੀ ਆ ਉਹਦੇ ਵਿੱਚ ਤੁਹਾਨੂੰ 4 ਜਿਹੜੇ ਮਿੰਟਸ ਹੁੰਦੇ ਨੇ ਉਹ ਵੇਖਣ ਨੂੰ ਮਿਲਦੇ ਹੈਗੇ ਆ। ਇਹ ਗੱਲ ਵੀ ਸਟੈਟਿਕ ਹੈਗੀ ਆ, ਇਹਨੂੰ ਯਾਦ ਕਰ ਲਓ। ਵੈਸੇ ਇਹਨਾਂ ਦੇਸ਼ਾਂਤਰਾਂ ਦਾ ਮਹੱਤਵ ਕੀ ਹੈਗਾ ਆ ਇਹਦੇ ਬਾਰੇ ਵੀ ਸਮਝ ਲਓ। ਇਹਨਾਂ ਦੇਸ਼ਾਂਤਰਾਂ ਦੀ ਜੇਕਰ ਆਪਾਂ ਗੱਲ ਕਰਦੇ ਆ, ਇਹਨਾਂ ਦੀ ਮਦਦ ਨਾਲ ਅਸੀਂ ਕਿਸੇ ਸਥਾਨ ਦੀ ਪੂਰਬ ਤੋਂ ਪੱਛਮ ਵੱਲ ਦੀ ਜਿਹੜੀ ਦੂਰੀ ਹੈਗੀ ਆ ਜੀ ਉਹਦਾ ਪਤਾ ਲਗਾ ਸਕਦੇ ਆ। ਐਂਡ ਇਹਨਾਂ ਦੇਸ਼ਾਂਤਰਾਂ ਦੀ ਮਦਦ ਨਾਲ ਆਪਾਂ ਕਿਸੇ ਜਗ੍ਹਾ ਦਾ ਜਿਹੜਾ ਸਥਾਨਕ ਸਮਾਂ ਹੈਗਾ ਆ, ਲੋਕਲ ਟਾਈਮ ਹੈਗਾ ਆ, ਉਹ ਵੀ ਪਤਾ ਲਗਾ ਸਕਦੇ ਆ। 1 ਡਿਗਰੀ ਵਿੱਚ ਤੁਹਾਨੂੰ 4 ਮਿੰਟ ਵੇਖਣ ਨੂੰ ਮਿਲਦੇ ਹੈਗੇ ਆ ਜੀ। ਐਂਡ ਜਿੰਨੇ ਵੀ ਜਿਹੜੇ ਦੇਸ਼ ਨੇ ਉਹ ਗ੍ਰੀਨ ਵਿੱਚ ਦੇ ਪੂਰਬ ਵਿੱਚ ਹੈਗੇ ਆ, ਉਹਨਾਂ ਸਾਰਿਆਂ ਦਾ ਸਮਾਂ ਅੱਗੇ ਵੇਖਣ ਨੂੰ ਮਿਲਦਾ ਹੈ। ਜਿਵੇਂ ਆਹ ਡਾਇਗਰਾਮ ਸੀਗੀ, ਹੁਣ ਆਹ ਜਿਹੜੀ 0 ਡਿਗਰੀ ਤੋਂ ਜਿਹੜੀ ਅੱਗੇ ਲਾਈਨ ਹੈਗੀ ਆ, ਆਹ ਜਿੰਨੇ ਵੀ ਦੇਸ਼ ਇੱਧਰ ਆਉਣਗੇ, ਇੱਥੇ ਦਾ ਸੂਰਜ ਪਹਿਲਾਂ ਹੀ ਆਵੇਗਾ ਜਾਂ ਫਿਰ ਰਾਈਜ਼ ਕਰੇਗਾ ਤੇ ਇੱਧਰ ਬਾਅਦ ਵਿੱਚ ਕਰੇਗਾ। ਸੋ ਆਹ ਵਾਲੇ ਦੇਸ਼ਾਂ ਦਾ ਜਿਹੜਾ ਸਮਾਂ ਹੈਗਾ ਜੀ ਉਹ ਇਸ ਗ੍ਰੀਨ ਵਿੱਚ ਲਾਈਨ ਤੋਂ ਅੱਗੇ ਹੁੰਦਾ ਆ, ਜੇਕਰ ਆਪਾਂ ਗੱਲ ਕਰਦੇ ਹੈਗੇ ਆ ਇਹਨਾਂ ਦੇਸ਼ਾਂਤਰ ਰੇਖਾਵਾਂ ਦੀ। ਕਿਉਂਕਿ ਜਿਹੜੀ ਧਰਤੀ ਹੈਗੀ ਆ ਉਹ ਤਾਂ ਘੁੰਮਦੀ ਹੈਗੀ ਆ ਪੱਛਮ ਤੋਂ ਪੂਰਬ ਵੱਲ ਨੂੰ। ਐਂਡ ਪੂਰਬੀ ਦੇਸ਼ਾਂ ਦੇ ਵਿੱਚ ਜਿਹੜਾ ਸੂਰਜ ਹੈਗਾ ਆ ਪੱਛਮੀ ਦੇਸ਼ਾਂ ਨਾਲੋਂ ਪਹਿਲਾਂ ਨਿਕਲਦਾ ਹੈਗਾ ਆ। ਤੇ ਭਾਰਤ ਦਾ ਜਿਹੜਾ ਸਥਾਨਕ ਸਮਾਂ ਹੈਗਾ ਆ ਉਹ ਕਿੰਨਾ ਹੈਗਾ ਜੀ? ਉਹ ਕੈਲਕੂਲੇਟ ਕੀਤਾ ਜਾਂਦਾ ਆ 82.5 ਡਿਗਰੀ ਪੂਰਬ ਦੇਸ਼ਾਂਤਰ ਤੋਂ। ਤੇ 1 ਡਿਗਰੀ ਵਿੱਚ ਕਿੰਨੇ ਮਿੰਟ ਹੁੰਦੇ ਹੈਗੇ ਆ ਜੀ? 1 ਡਿਗਰੀ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਆ ਜੀ 4 ਮਿੰਟ। ਜੇਕਰ 1 ਡਿਗਰੀ ਵਿੱਚ 4 ਮਿੰਟ ਹੈਗੇ ਆ ਤੇ 82 ਨੂੰ ਤੁਸੀਂ ਗੁਣਾ ਕਰ ਦਿਓ 4 ਨਾਲ, ਕਿੰਨੇ ਬਣ ਗਏ ਜੀ? ਇਹ ਬਣ ਗਏ ਜੀ 32। ਤੇ 32 ਵਿੱਚ ਜਿਹੜਾ ਆਪਾਂ ਹਾਫ ਨਹੀਂ ਐਡ ਕੀਤਾ, ਅੱਧੀ ਡਿਗਰੀ ਵਿੱਚ 2 ਮਿੰਟ ਹੋਣਗੇ ਪਲੱਸ 2, ਸੋ ਇਹ ਬਣ ਗਏ ਜੀ ਲਗਭਗ 330 ਮਿੰਟ। ਐਂਡ 30 ਮਿੰਟ ਨੂੰ ਜੇਕਰ ਤੁਸੀਂ ਘੰਟਿਆਂ ਵਿੱਚ ਤਬਦੀਲ ਕਰੋਗੇ ਇਹ ਬਣ ਜਾਣਗੇ ਜੀ 5.5 ਘੰਟੇ। ਸੋ ਜੇਕਰ ਗ੍ਰੀਨ ਵਿੱਚ ਲਾਈਨ ਦੇ ਵਿੱਚ ਜਾਂ ਫਿਰ ਇੰਗਲੈਂਡ ਦੇ ਵਿੱਚ ਜੇਕਰ 12 ਵਜੇ ਦਾ ਸਮਾਂ ਹੋਇਆ ਹੋਊਗਾ ਤੇ ਆਪਣੇ ਭਾਰਤ ਦੇ ਵਿੱਚ 5.5 ਘੰਟੇ ਦਾ ਜਿਹੜਾ ਸਮਾਂ ਹੈਗਾ ਜੀ ਉਹ ਵੇਖਣ ਨੂੰ ਮਿਲੇਗਾ। ਭਾਵ ਇਹ ਕਿ ਆਪਾਂ 12 ਵਜੇ ਦੇ ਵਿੱਚ 5.5 ਐਡ ਕਰ ਦੇਵਾਂਗੇ। ਗ੍ਰਿਡ ਜਾਂ ਫਿਰ ਜਾਲ ਕੀ ਹੁੰਦਾ ਆ ਜੀ? ਅਕਸ਼ਾਂਸ਼ ਤੇ ਦੇਸ਼ਾਂਤਰ ਰੇਖਾਵਾਂ ਦਾ ਜਿਹੜਾ ਜਾਲ ਹੈਗਾ ਜੀ ਤੁਹਾਨੂੰ ਇਸ ਗਲੋਬ ਦੇ ਉੱਤੇ ਵੇਖਣ ਨੂੰ ਮਿਲਦਾ ਆ। ਇਹਨੂੰ ਤੁਸੀਂ
ਗ੍ਰਿਡ ਕਹਿੰਦੇ ਹੋ, ਗ੍ਰਿਡ ਜਾਂ ਫਿਰ ਜਾਲ ਦਾ ਨਾਮ ਦਿੰਦੇ ਹੋ। ਇਹਦਾ ਮਹੱਤਵ ਕੀ ਹੈਗਾ ਆ? ਜੇਕਰ ਆਪਾਂ ਨਕਸ਼ੇ ਬਣਾਉਣੇ ਆ ਐਟਲਸ ਬਣਾਉਣ ਦੇ ਲਈ, ਇਹਨਾਂ ਜਾਲ ਜਾਂ ਫਿਰ ਇਹਨਾਂ ਗ੍ਰਿਡ ਦੀ ਆਪਾਂ ਵਰਤੋਂ ਕਰਦੇ ਹੈਗੇ ਆ, ਇਹ ਸਾਡੀ ਮਦਦ ਕਰਦਾ ਹੈ। ਦੂਜੀ ਗੱਲ ਇਹ ਕਿ ਕੋਈ ਦੇਸ਼ ਕਿੰਨੇ ਦੇਸ਼ਾਂਤਰ ਅਤੇ ਅਕਸ਼ਾਂਸ਼ ਤੇ ਸਥਿਤ ਹੈਗਾ ਆ, ਇਹਦੇ ਬਾਰੇ ਵੀ ਆਪਾਂ ਇਹਨਾਂ ਗ੍ਰਿਡ ਤੋਂ ਹੀ ਪਤਾ ਲਗਾਉਂਦੇ ਹੈਗੇ ਆ। ਸਥਾਨਕ ਸਮਾਂ ਕੀ ਹੁੰਦਾ ਹੈ ਤੇ ਪ੍ਰਮਾਣਿਕ ਸਮਾਂ ਕੀ ਹੁੰਦਾ ਹੈ? ਵੈਸੇ ਵੇਖਿਆ ਜਾਵੇ ਤਾਂ ਕਈ ਰਸ਼ੀਆ ਵਰਗੇ ਦੇਸ਼ ਹੈਗੇ ਆ, USA ਕੈਨੇਡਾ ਵਰਗੇ ਦੇਸ਼ ਹੈਗੇ ਆ, ਜਿੱਥੇ ਇੱਕ ਟਾਈਮ ਨੂੰ ਫੋਲੋ ਨਹੀਂ ਕੀਤਾ ਜਾਂਦਾ, ਉੱਥੇ ਤੁਹਾਨੂੰ ਕਾਫੀ ਸਾਰੇ ਟਾਈਮ ਜ਼ੋਨ ਵੇਖਣ ਨੂੰ ਮਿਲਦੇ ਹੈਗੇ ਆ। ਬਟ ਜਦੋਂ ਆਪਾਂ ਪ੍ਰਮਾਣਿਕ ਟਾਈਮ ਦੀ ਗੱਲ ਕਰਦੇ ਆ, ਕਿਸੇ ਕਿਸੇ ਦੇਸ਼ ਦੇ ਵਿੱਚ ਇੱਕੋ ਹੀ ਟਾਈਮ ਹੁੰਦਾ ਆ। ਜਿਵੇਂ ਆਪਣੇ ਭਾਰਤ ਦੇ ਵਿੱਚ, ਆਪਣਾ ਭਾਰਤ ਦੇਸ਼ ਵੀ ਵੈਸੇ ਵੱਡਾ ਹੈਗਾ ਆ, ਪਰ ਆਪਣੇ ਭਾਰਤ ਦੇ ਵਿੱਚ ਇੱਕੋ ਜਿਹੜਾ ਸਮਾਂ ਹੈਗਾ ਆ ਜੀ, ਉਹ ਮੈਜ਼ਰ ਕੀਤਾ ਹੋਇਆ, ਜਿਹਨੂੰ ਤੁਸੀਂ ਪ੍ਰਮਾਣਿਕ ਸਮਾਂ ਜਾਂ ਫਿਰ ਸਟੈਂਡਰਡ ਟਾਈਮ ਕਹਿੰਦੇ ਹੋ। ਵੇਖਿਆ ਜਾਵੇ ਤਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪਹਿਲਾਂ ਸੂਰਜ ਚੜ੍ਹ ਜਾਂਦਾ ਆ ਤੇ ਆਪਣੇ ਗੁਜਰਾਤ ਦੇ ਵਿੱਚ ਕਾਫੀ ਲੇਟ ਚੜ੍ਹਦਾ ਆ, ਕੁਝ ਟਾਈਮ ਦਾ ਫਰਕ ਹੁੰਦਾ ਹੈ। ਸੋ ਇੱਕੋ ਟਾਈਮ ਜੇਕਰ ਆਪਾਂ ਨਾ ਰੱਖਾਂਗੇ ਤੇ ਕਿਤੇ ਨਾ ਕਿਤੇ ਕਨਫਿਊਜ਼ਨ ਵੇਖਣ ਨੂੰ ਮਿਲੇਗੀ ਆਪਣੇ ਭਾਰਤ ਦੇਸ਼ ਦੇ ਵਿੱਚ। ਸੋ ਇਸ ਕਰਕੇ ਆਪਣੇ ਭਾਰਤ ਦੇ ਵਿੱਚ 82 ਡਿਗਰੀ ਤੋਂ ਟਾਈਮ ਕੈਲਕੂਲੇਟ ਕੀਤਾ ਜਾਂਦਾ ਆ, ਜਿਹਨੂੰ ਤੁਸੀਂ ਪ੍ਰਮਾਣਿਕ ਦੇਸ਼ਾਂਤਰ ਸਟੈਂਡਰਡ ਮੈਰੀਡੀਅਨ ਦਾ ਨਾਮ ਦਿੰਦੇ ਹੈਗੇ ਹੋ। ਐਂਡ ਇਹ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਜੇਕਰ ਇੰਗਲੈਂਡ ਵਿੱਚ 12 ਵਜੇ ਹੋਏ ਆ ਤਾਂ ਆਪਣੇ ਭਾਰਤ ਵਿੱਚ 5:30 ਵਜੇ ਹੋਣਗੇ। ਧਰਤੀ ਦੇ ਤਾਪਖੰਡ ਨਾਮ ਦਾ ਜਿਹੜਾ ਟੌਪਿਕ ਹੈਗਾ ਜੀ, ਇਹ ਵੀ ਕਾਫੀ ਇੰਪੋਰਟੈਂਟ ਹੈਗਾ ਆ ਕਿ ਅਕਸ਼ਾਂਸ਼ ਧਰਤੀ ਨੂੰ ਆਪਾਂ ਵੱਖ-ਵੱਖ ਤਾਪਖੰਡਾਂ ਵਿੱਚ ਵੰਡਦੇ ਹੈਗੇ ਆ। ਕਿਉਂਕਿ ਆਪਾਂ ਨੂੰ ਇਹਦੇ ਨਾਲ ਪਤਾ ਲੱਗਦਾ ਆ ਵੀ ਕਿੱਥੇ ਜ਼ਿਆਦਾ ਗਰਮੀ ਪੈਂਦੀ ਆ, ਕਿੱਥੇ ਜ਼ਿਆਦਾ ਠੰਡ ਵੇਖਣ ਨੂੰ ਮਿਲਦੀ ਹੈਗੀ ਆ। ਵੈਸੇ ਮੈਂ ਕੋਸ਼ਿਸ਼ ਕਰਦਾ ਇੰਗਲਿਸ਼ ਵਿੱਚ ਵੀ ਦੱਸ ਦਵਾਂ। ਜਿਹੜਾ ਤਾਂ ਹੈਗਾ ਜੀ ਉਸ਼ਣ ਤਾਪਖੰਡ, ਇਹਨੂੰ ਤੁਸੀਂ ਟ੍ਰੋਪੀਕਲ ਰੀਜਨ ਕਹਿ ਸਕਦੇ ਹੋ। ਐਂਡ ਦੂਸਰਾ ਜਿਹੜਾ ਤੁਹਾਨੂੰ ਇੱਥੇ ਵੇਖਣ ਨੂੰ ਮਿਲ ਰਿਹਾ, ਇਹਨੂੰ ਤੁਸੀਂ ਕਹਿ ਸਕਦੇ ਹੋ ਟੈਂਪਰੇਟ ਜ਼ੋਨ। ਤੇ ਲਾਸਟ ਤੇ ਜਿਹੜਾ ਸ਼ੀਤਖੰਡ ਆ ਗਿਆ ਜੀ, ਇਹਨੂੰ ਤੁਸੀਂ ਫ੍ਰਿਜਡ ਜ਼ੋਨ ਦਾ ਨਾਮ ਦਿੰਦੇ ਹੋ। ਸੋ ਵੇਖੋ ਧਿਆਨ ਨਾਲ, ਆ 0 ਡਿਗਰੀ ਹੈ ਜੀ, ਆ ਜਿਹੜੀ ਲਾਈਨ ਵਿੱਚੋਂ ਦੀ ਨਿਕਲ ਕੇ ਜਾ ਰਹੀ ਹੈ, ਇਹ ਤਾਂ ਹੈਗੀ ਆ ਭੂਮੱਧ ਰੇਖਾ। ਆਹ ਵਾਲੀ ਰੇਖਾ ਕਿਹੜੀ ਹੈ ਜੀ? ਆ ਜਿਹੜੀ 23.5 ਡਿਗਰੀ ਤੇ ਤੁਹਾਨੂੰ ਰੇਖਾ ਵੇਖਣ ਨੂੰ ਮਿਲ ਰਹੀ ਹੈ, ਇਹ ਹੈਗੀ ਆ ਜੀ ਕਰਕ ਰੇਖਾ। ਆਹ ਵਾਲੀ ਜਿਹੜੀ ਰੇਖਾ ਦੀ ਮੈਂ ਗੱਲ ਕਰ ਰਿਹਾ, ਤੇ ਆਹ ਜਿਹੜੀ ਰੇਖਾ ਤੁਹਾਨੂੰ ਵੇਖਣ ਨੂੰ ਮਿਲਦੀ ਹੈਗੀ ਆ, ਇਹਨੂੰ ਤੁਸੀਂ ਕਿਹੜੀ ਰੇਖਾ ਕਹਿੰਦੇ ਹੋ? ਇਸ ਰੇਖਾ ਨੂੰ ਤੁਸੀਂ ਕਹਿੰਦੇ ਹੈਗੇ ਹੋ ਮਕਰ ਰੇਖਾ। ਕੀ ਕਹਿੰਦੇ ਹੋ ਜੀ? ਮਕਰ ਰੇਖਾ ਇਹਦਾ ਤੁਸੀਂ ਨਾਮ ਦਿੱਤਾ ਹੋਇਆ। ਐਂਡ ਇਹ ਵਾਲਾ ਜਿਹੜਾ ਹਿੱਸਾ ਹੈਗਾ ਆ, ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਣ ਕਰਕੇ ਇੱਥੇ ਜ਼ਿਆਦਾ ਗਰਮੀ ਵੇਖਣ ਨੂੰ ਮਿਲਦੀ ਹੈ। ਸੋ ਇਸ ਕਰਕੇ ਤੁਸੀਂ ਇਹਨੂੰ ਊਸ਼ਣ ਤਾਪਖੰਡ ਜਾਂ ਫਿਰ ਟ੍ਰੋਪੀਕਲ ਜ਼ੋਨ ਦਾ ਨਾਮ ਦਿੰਦੇ ਹੋ। ਕੀ ਨਾਮ ਦਿੰਦੇ ਹੋ ਜੀ? ਟ੍ਰੋਪੀਕਲ ਜਾਂ ਫਿਰ ਊਸ਼ਣ ਤਾਪਖੰਡ। ਆ ਜਿਹੜਾ ਹਿੱਸਾ ਤੁਹਾਨੂੰ ਵੇਖਣ ਨੂੰ ਮਿਲ ਰਿਹਾ 23.5 ਡਿਗਰੀ ਤੋਂ ਲੈ ਕੇ 66 ਡਿਗਰੀ ਦੇ ਵਿੱਚ ਵਾਲਾ ਜਿਹੜਾ ਹਿੱਸਾ ਹੈਗਾ ਆ, 23.5 ਡਿਗਰੀ ਤੋਂ ਲੈ ਕੇ 66 ਡਿਗਰੀ ਵਾਲਾ ਜਿਹੜਾ ਹਿੱਸਾ ਤੁਹਾਨੂੰ ਵੇਖਣ ਨੂੰ ਮਿਲਦਾ ਹੈਗਾ ਆ, ਇਹਨੂੰ ਤੁਸੀਂ ਕਹਿੰਦੇ ਕੀ ਹੋ? ਇਹਨੂੰ ਤੁਸੀਂ ਉਪ ਊਸ਼ਣ ਕਹਿੰਦੇ ਹੋ। ਜਾਂ ਤਾਂ ਤੁਸੀਂ ਇਹਨੂੰ ਸਬ ਟ੍ਰੋਪੀਕਲ ਕਹਿ ਸਕਦੇ ਹੋ, ਜਾਂ ਤਾਂ ਤੁਸੀਂ ਇਹਨੂੰ ਟੈਂਪਰੇਟ ਜ਼ੋਨ ਦਾ ਨਾਮ ਦੇ ਸਕਦੇ ਹੋ। ਉਪ ਊਸ਼ਣ ਤਾਪਖੰਡ ਦੇ ਵਿੱਚ ਜਿਹੜੀਆਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਨੇ, ਆਹ ਵਾਲੇ ਹਿੱਸੇ ਦੀ ਵੀ ਮੈਂ ਗੱਲ ਕਰ ਰਿਹਾ ਤੇ ਆਹ ਵਾਲੇ ਹਿੱਸੇ ਦੀ ਵੀ ਮੈਂ ਗੱਲ ਕਰ ਰਿਹਾ ਕਿ ਇੱਥੇ ਸੂਰਜ ਦੀਆਂ ਕਿਰਨਾਂ ਥੋੜੀਆਂ ਟੇਡੀਆਂ ਪੈਣ ਕਰਕੇ ਇੱਥੇ ਨਾ ਤਾਂ ਜ਼ਿਆਦਾ ਠੰਡ ਵੇਖਣ ਨੂੰ ਮਿਲਦੀ ਹੈ, ਨਾ ਤਾਂ ਜ਼ਿਆਦਾ ਗਰਮੀ ਵੇਖਣ ਨੂੰ ਮਿਲਦੀ ਹੈਗੀ ਆ। ਹੋਪ ਸੋ ਤੁਸੀਂ ਸਮਝ ਗਏ ਹੋਣੇ ਆ। 3rd ਨੰਬਰ ਤੇ ਵੇਖੋ ਤੁਸੀਂ, ਜਿਹੜਾ ਸ਼ੀਤਖੰਡ ਹੈਗਾ ਆ, ਇਹ 66 ਡਿਗਰੀ ਤੋਂ ਲੈ ਕੇ ਇੱਧਰ 90 ਡਿਗਰੀ ਦੇ ਵਿੱਚ ਵਾਲਾ ਜਿਹੜਾ ਹਿੱਸਾ ਤੁਹਾਨੂੰ ਵੇਖਣ ਨੂੰ ਮਿਲੇਗਾ। ਐਂਡ ਸੇਮ ਕੇਸ ਤੁਹਾਨੂੰ ਦੱਖਣੀ ਗੋਲਾਰਧ ਦੀ ਵੀ ਗੱਲ ਕਰਾਂਗੇ। ਦੱਖਣੀ ਗੋਲਾਰਧ ਦੇ ਵਿੱਚ ਆ ਜਿਹੜਾ ਹਿੱਸਾ ਸੀਗਾ 66 ਡਿਗਰੀ ਤੋਂ ਲੈ ਕੇ 90 ਡਿਗਰੀ ਤੱਕ ਦਾ ਜਿਹੜਾ ਹਿੱਸਾ ਹੈਗਾ ਆ, ਇਹਨਾਂ ਹਿੱਸਿਆਂ ਨੂੰ ਤੁਸੀਂ ਫ੍ਰਿਜਡ ਜ਼ੋਨ ਜਾਂ ਫਿਰ ਸ਼ੀਤਖੰਡ ਕਹਿੰਦੇ ਹੋ। ਇੱਥੇ ਸੂਰਜ ਦੀਆਂ ਕਿਰਨਾਂ ਨਾ ਮਾਤਰ ਆਉਂਦੀਆਂ ਨੇ ਜਾਂ ਫਿਰ ਬਿਲਕੁਲ ਹੀ ਘੱਟ ਆਉਂਦੀਆਂ ਨੇ, ਜਿਹਦੇ ਕਰਕੇ ਇੱਥੇ ਤੁਹਾਨੂੰ ਜਿਹੜੀ ਠੰਡ ਹੈਗੀ ਆ ਜੀ, ਉਹ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀ ਹੈਗੀ ਆ। ਇੱਥੇ ਤੁਸੀਂ ਇੱਕ ਵਾਰ ਥਿਊਰੀ ਸੈਕਸ਼ਨ ਵੀ ਦੇਖ ਸਕਦੇ ਹੋ। ਊਸ਼ਣ ਤਾਪਖੰਡ ਇਹ ਬਹੁਤ ਗਰਮ ਪੱਟੀ ਹੈਗੀ ਆ। ਸਾਰਾ ਸਾਲ ਦੁਪਹਿਰ ਵੇਲੇ ਇਸ ਪੱਟੀ ਦੇ ਉੱਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਰਹਿੰਦੀਆਂ ਨੇ। ਉਪ ਊਸ਼ਣ ਜਾਂ ਫਿਰ ਸ਼ਮਸ਼ੀਤਖੰਡ ਇਸ ਉੱਤਰੀ ਅਰਧਗੋਲੇ ਵਿੱਚ ਕਰਕ ਰੇਖਾ ਅਤੇ ਆਰਕਟਿਕ ਚੱਕਰ ਤੱਕ, ਦੱਖਣੀ ਅਰਧਗੋਲੇ ਵਿੱਚ ਮਕਰ ਰੇਖਾ ਅਤੇ ਅੰਟਾਰਕਟਿਕ ਚੱਕਰ ਤੱਕ ਹੁੰਦੀ ਹੈ। ਸੂਰਜ ਦੀਆਂ ਕਿਰਨਾਂ ਸਿੱਧੀਆਂ ਨਹੀਂ ਪੈਂਦੀਆਂ, ਜਿਹਦੇ ਕਰਕੇ ਗਰਮੀਆਂ ਵਿੱਚ ਬਹੁਤੀ ਗਰਮੀ ਨਹੀਂ ਪੈਂਦੀ ਤੇ ਸਰਦੀਆਂ ਵਿੱਚ ਵੀ ਬਹੁਤੀ ਠੰਡ ਨਹੀਂ ਵੇਖਣ ਨੂੰ ਮਿਲਦੀ। ਉਪ ਊਸ਼ਣ ਸ਼ਮਸ਼ੀਤਖੰਡ ਇਹਨੂੰ ਆਪਾਂ ਕਹਿੰਦੇ ਹੈਗੇ ਆ। ਇੱਕ ਲਾਸਟ ਪੁਆਇੰਟ ਆ ਗਿਆ ਜੀ, ਸ਼ੀਤਖੰਡ ਜਿਹੜਾ ਹੈਗਾ ਆ ਟੌਪਿਕ ਜਾਂ ਫਿਰ ਸ਼ੀਤਖੰਡ ਜਿਹੜਾ ਰੀਜਨ ਤੁਹਾਨੂੰ ਵੇਖਣ ਨੂੰ ਮਿਲਦਾ ਹੈ, ਇਸ ਪੱਟੀ ਦੇ ਉੱਤਰੀ ਅਰਧਗੋਲੇ ਵਿੱਚ ਆਰਕਟਿਕ ਚੱਕਰ ਅਤੇ ਉੱਤਰੀ ਧਰੁਵ ਵਿਚਾਲੇ ਹੁੰਦੀ ਹੈ। ਦੱਖਣੀ ਅਰਧਗੋਲੇ ਵਿੱਚ ਅੰਟਾਰਕਟਿਕ ਚੱਕਰ ਅਤੇ ਦੱਖਣੀ ਧਰੁਵ ਵਿਚਾਲੇ ਹੁੰਦੀ ਹੈ। ਇਹ ਇਲਾਕਾ ਸੂਰਜ ਦੀ ਦਿਸ਼ਾ ਤੋਂ ਇੰਨਾ ਕੁ ਤਿਰਛਾ ਹੁੰਦਾ ਹੈ ਕਿ ਇੱਥੇ ਸਾਰਾ ਸਾਲ ਹੀ ਤੁਹਾਨੂੰ ਠੰਡ ਵੇਖਣ ਨੂੰ ਮਿਲਦੀ ਹੈ। ਹੋਪ ਸੋ ਵੀਡੀਓ ਪਸੰਦ ਆਈ ਹੋਣੀ ਹੈ। ਮੇਰੇ ਅਕੋਰਡਿੰਗ ਤਾਂ ਮੈਂ ਘੱਟ ਟਾਈਮ ਦੇ ਵਿੱਚ ਸਾਰੇ ਕਨਸੈਪਟ ਬੜੇ ਹੀ ਬੇਸਿਕ ਅਤੇ ਵਧੀਆ ਤਰੀਕੇ ਨਾਲ ਸਮਝਾਏ ਆ। ਜੇਕਰ ਸਮਝ ਲੱਗੇ ਆ ਤਾਂ ਕਿਰਪਾ ਕਰਕੇ ਲਾਈਕ ਸੈਸ਼ਨ ਨੂੰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।